MP ਜਸਵੀਰ ਸਿੰਘ ਜੀ ਡਿੰਪਾ ਵੱਲੋਂ ਮਹਿਲਾ ਪੱਤਰਕਾਰ ਤੋਂ ਸਰ ਜਿਹੜੀ ਬਦਸਲੂਕੀ ਕੀਤੀ ਗਈ ਹੈ ਸਰ ਉਸ ਬੰਦੇ ਕੀ ਕਹਿਣਾ ਪੇਸ਼ੈਂਟ ਪੁੱਟ ਕਰ ਰਹੀ ਸੀ ਡਿੰਪਾ ਜੀ ਨੂੰ ਤੇ ਉਹਦੇ 'ਚ ਕੋਈ ਬਦਸਲੂਕੀ ਤਾਂ ਨਹੀਂ ਕਿਹਾ ਜਾ ਸਕਦਾ ਕਿ ਉਹਦੇ 'ਚੋਂ ਉਹਦਾ ਮਾਈਕ ਫੜ ਕੇ ਪੜੇ ਸੁੱਟ ਦਿੱਤਾ ਤੇ ਜੇ ਕੋਈ ਬਦਸਲੂਕੀ ਹੋਵੇ ਤਾਂ ਉਹ ਦਿਖਾਉਣ ਕਿਹੜੀ ਹੈ। ਜੇ ਕੋਈ ਪ੍ਰਵੋਕ ਕਰਦੇ ਹੋ ਕੋਈ ਗਲਤ ਕੁਐਸਚਨ ਪੁੱਟ ਕਰਦੇ ਹੋ ਤੇ ਉਹ ਜਿਹੜੇ ਕੋਲ ਸਵਾਲ ਪੁੱਛ ਰਹੇ ਉਹਦਾ ਵੀ ਕੋਈ ਰਾਈਟ ਬਣਦੇ ਨੇ। ਇੱਥੇ ਸਾਡੀ ਗੋਇੰਦਵਾਲ ਸਾਹਿਬ ਜਿਹੜੀ ਜੇਲ੍ਹ ਬਣ ਰਹੀ ਹੈ ਉਹਨੂੰ ਮੈਂ ਉਹ ਮੀਟਿੰਗ ਰੱਖੀ ਸੀ ਤੇ ਉਹਦੇ ਤੋਂ ਪਹਿਲਾਂ ਮੈਂ ਗੁਰੂ ਸਾਹਿਬ ਦੇ ਨਤਮਸਤਕ ਹੋਣ ਲਈ ਪਹੁੰਚਿਆ ਔਰ ਗੁਰੂ ਮਹਾਰਾਜ ਦੀ ਅਰਦਾਸ ਕੀਤੀ ਹੈ ਕਿ ਜਿਹੜੇ ਕਿਸਾਨ ਸਾਡੇ ਦਿੱਲੀ ਦੇ ਵਿੱਚ ਐਜੀਟੇਸ਼ਨ ਦੀ ਬੈਠੀ ਹੈ ਉਹਨਾਂ 'ਤੇ ਕਿਰਪਾ ਕਰੋ, ਉਹਨਾਂ ਦੀਆਂ ਮੰਗਾਂ ਮਨਾ ਕੇ ਤੇ ਉਹਨਾਂ ਨੂੰ ਇੰਨੀ ਠੰਡ ਦੇ ਵਿੱਚ ਜਿਨ੍ਹਾਂ ਨੇ ਉੱਥੇ ਆਪਣੇ ਜੀ ਜਾਨ ਲਾ ਕੇ ਬੈਠੇ ਆ ਉਹਨਾਂ ਨੂੰ ਮੋਦੀ ਸਰਕਾਰ ਨੂੰ ਸਮਰਥ ਬਖਸ਼ੋ ਤੇ ਜਲਦੀ ਉਹ ਪਰਿਵਾਰ ਜਿਹੜੇ ਆਪਣੇ ਘਰਾਂ 'ਚ ਵਾਪਸ। ਸਰ ਕਿਸਾਨ ਅੰਦੋਲਨ ਬਾਰੇ ਕੁਝ ਕਹਿਣਾ ਚਾਹੁੰਦੇ? ਮੈਂ ਇਹ ਕਹਿਣਾ ਕਿ ਜਿਹੜੇ ਕਿਸਾਨਾਂ ਦਾ ਅੰਦੋਲਨ ਆ ਉਹਨਾਂ ਦੀ ਜਿਹੜੀ ਕਿਉਂਕਿ ਹੁਣ ਕੱਲ੍ਹ ਉੱਤਰਾਖੰਡ ਵਾਲੇ ਸਾਈਡ ਤੋਂ ਤੁਰ ਪਈ ਪੂਰੇ ਹਿੰਦੁਸਤਾਨ ਦਾ ਇਹ ਅੰਦੋਲਨ ਬਣ ਗਿਆ। ਗੌਰਮੈਂਟ ਨੂੰ ਹੱਡ ਛੱਡ ਕੇ ਕਿਸਾਨਾਂ ਦੀ ਮੰਗ ਮੰਨ ਕੇ ਔਰ ਇਹ ਜਿਹੜੇ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਆ। ਸਰ ਜਿਹੜਾ ਕਿਸਾਨ ਅੰਦੋਲਨ ਜੋ ਸਰ MP ਜਸਵੀਰ ਸਿੰਘ ਜੀ ਡਿੰਪਾ ਵੱਲੋਂ ਮਹਿਲਾ ਪੱਤਰਕਾਰ ਤੋਂ ਸਰ ਜਿਹੜੀ ਬਦਸਲੂਕੀ ਕੀਤੀ ਗਈ ਹੈ ਸਰ ਉਸ ਬੰਦੇ ਕੀ ਕਹਿਣਾ ਚਾਹੁੰਦੇ? ਇੱਕ ਗੱਲ ਸੁਣੋ, ਉਹਨੂੰ ਜੇ ਆਪਾਂ ਪੂਰਾ ਧਿਆਨ ਨਾਲ ਦੇਖੀਏ ਤੇ ਉਹਦੇ ਬਾਰੇ ਮੇਰਾ ਨਹੀਂ ਖਿਆਲ ਕਿ ਜਿੱਦਾਂ ਦੀ ਉਹ ਲੜਕੀ ਨੇ ਉਹਨੂੰ ਕੁਐਸਚਨ ਪੁੱਟ ਕਰ ਰਹੀ ਸੀ ਡਿੰਪਾ ਜੀ ਨੂੰ ਤੇ ਉਹਦੇ 'ਚ ਕੋਈ ਬਦਸਲੂਕੀ ਤਾਂ ਨਹੀਂ ਕਿਹਾ ਜਾ ਸਕਦਾ ਕਿ ਉਹਦੇ 'ਚੋਂ ਉਹਦਾ ਮਾਈਕ ਫੜ ਕੇ ਪੜੇ ਸੁੱਟ ਦਿੱਤਾ ਤੇ ਜੇ ਕੋਈ ਬਦਸਲੂਕੀ ਹੋਵੇ ਤਾਂ ਉਹ ਦਿਖਾਉਣ ਕਿਹੜੀ ਹੈ। ਜੇ ਕੋਈ ਪ੍ਰਵੋਕ ਕਰਦੇ ਹੋ ਕੋਈ ਗਲਤ ਕੁਐਸਚਨ ਪੁੱਟ ਕਰਦੇ ਹੋ ਤੇ ਉਹ ਜਿਹੜੇ ਕੋਲ ਸਵਾਲ ਪੁੱਛ ਰਹੇ ਉਹਦਾ ਵੀ ਕੋਈ ਰਾਈਟ ਬਣਦੇ ਨੇ। ਇਹ ਮਾਡਰਨ ਜਿੰਨਾ ਬਣਾਈਆਂ ਜਾ ਰਹੀਆਂ ਤੇ ਐਕਚੁਅਲੀ ਜਿਹੜੀ ਇਹ 2018 'ਚ ਸਟਾਰਟ ਹੋਈ ਸੀ ਉਹਦੇ ਬਾਅਦ 'ਚ 3 ਸਾਲੇ ਬੰਦ ਰਹੀ ਹੈ। ਦੁਬਾਰਾ ਇਹਨੂੰ ਫਿਰ ਜਿਹੜੇ ਕੰਸਟਰਕਸ਼ਨ ਸਟਾਰਟ ਹੋਈ ਹੈ ਔਰ ਆਲਮੋਸਟ 90% ਜਿਹੜੀ ਹੈ ਕੰਪਲੀਸ਼ਨ ਇਹਦੀ ਹੋ ਗਈ ਹੈ। ਉਹਦੇ 'ਚੋਂ ਜਿਹੜੀਆਂ ਕੋਈ ਚੇਂਜਿਸ ਕਰਨ ਵਾਲੀਆਂ ਜਾਂ ਛੋਟੀਆਂ ਮੋਟੀਆਂ ਇਹਨਾਂ ਦੇ ਵਿੱਚੋਂ ਰਹਿ ਗਈਆਂ ਕਮੀਆਂ ਔਰ ਕਾਫੀ ਵੱਡੀ ਜੇਲ੍ਹ ਹੋਣ ਕਰਕੇ ਇਹਦੇ 'ਚ ਸਾਨੂੰ ਹੋਰ ਧਿਆਨ ਦੇਣਾ ਪੈਣਾ। ਅਸੀਂ ਪਿੱਛੇ ਸਾਡੀ ਟੀਮ ਤੇਲੰਗਾਨਾ ਜੇਲ੍ਹਾਂ ਵੀ ਦੇਖ ਕੇ ਆਈ ਹੈ। ਉੱਥੋਂ ਦਾ ਜਿਹੜਾ ਕੰਸੈਪਟ ਸੀਗਾ ਜਾਂ ਹੋਰ ਹੁਣ ਸਾਡੇ ਆਫੀਸਰ ਜਿਹੜੇ ਨੇ ਉਹ ਵੀ ਜਾ ਰਹੇ ਨੇ ਦੁਬਾਰਾ ਕਿ ਉੱਥੇ ਜਾ ਕੇ ਦੇਖੋ ਜਿਹੜੇ ਇੱਥੋਂ ਦੇ ਜਿਹੜੇ ਕੰਟਰੈਕਟਰ ਹੈ ਉਹਨਾਂ ਨੂੰ ਵੀ ਕਿਹਾ ਕਿ ਉੱਥੇ ਜਾ ਕੇ ਦੇਖੋ ਜਿਹੜੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਨੇ ਕਿ ਉਹ ਦੁਬਾਰਾ ਇੱਥੇ ਨਾ ਰਹਿ ਜਾਣ ਤਾਂ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਗਰੀਨਰੀ ਚਾਹੀਦੀ ਹੈ ਉਹ ਵੀ ਜਿਹੜਾ ਐਟਮੋਸਫੀਅਰ ਹੈ ਉਹ ਕੈਦੀਆਂ ਲਈ ਉਹਨਾਂ ਨੂੰ ਕੈਦੀ ਨਾ ਸਮਝਿਆ ਜਾਏ। ਉਹਨਾਂ ਨੂੰ ਵੀ ਇਹ ਕੀਤਾ ਜਾਏ ਕਿ ਉਹਨਾਂ ਨੂੰ ਇੱਥੋਂ ਅਸੀਂ ਠੀਕ ਕਰਕੇ ਭੇਜਣਾ। ਨਾਲ ਦੀ ਨਾਲ ਹੀ ਉਹਨਾਂ ਨੂੰ ਇਹ ਵੀ ਹੈ ਕਿ ਅੰਦਰ ਜਿਹੜੀ ਫੈਕਟਰੀਜ਼ ਨੇ ਕੰਮ ਵੱਧ ਤੋਂ ਵੱਧ ਕਰ ਸਕਣ ਤਾਂ ਕਿ ਅੰਦਰ ਬੈਠੇ ਵੀ ਜਿਹੜਾ ਪਿੱਛੇ ਪਰਿਵਾਰ ਰਿਹਾ ਉਹਦੇ 'ਚ ਪਰਿਵਾਰ ਦੇ ਜੀ ਜਿਹੜੇ ਨੇ ਇਹ ਵੀ ਦੇਖਣ ਕਿ ਜਿਹੜਾ ਅੰਦਰ ਬੈਠਾ ਉਹ ਸਾਡੇ ਲਈ ਰੋਜ਼ੀ ਰੋਟੀ ਕਮਾ ਰਿਹਾ। ਮੈਂ ਜਿਹੜੀ ਅਸੀਂ ਐਕਚੁਅਲੀ ਜਿਹੜੇ ਤਾਂ ਬਣਾਉਣ ਦਾ ਸਾਡਾ ਮੇਨ ਮਕਸਦ ਹੈ ਜਿਹਨੂੰ ਪ੍ਰਿਜ਼ਨ ਬੋਰਡ ਬਣਿਆ ਜਿਹੜਾ ਜੇਲ੍ਹ ਬੋਰਡ ਬਣਾਇਆ ਗਿਆ ਉਹਦੇ 'ਚ ਇਹੀ ਹੈ ਕਿ ਵਕਤ ਤੋਂ ਵੱਧ ਇੱਥੇ ਕੰਮ ਫੈਕਟਰੀਆਂ ਨੂੰ ਦੁਬਾਰਾ ਚਾਲੂ ਕੀਤਾ ਜਾਏ। ਜਿਹੜੀਆਂ ਪਿਛਲੇ 10 ਸਾਲ ਤੋਂ ਫੈਕਟਰੀਜ਼ ਬੰਦ ਹੋ ਗਈਆਂ, ਜਿਹੜੇ ਅੰਦਰ ਕੰਮ ਹੁੰਦੇ ਸੀ ਉਹ ਬੰਦ ਕਰ ਦਿੱਤੇ ਗਏ। ਕੈਦੀਆਂ ਨੂੰ ਜਿਹੜੀ ਅੰਦਰ ਜਦੋਂ ਵਿਹਲੇ ਰਹਿੰਦੇ ਨੇ ਉਹਨਾਂ ਕੋਲ ਟਾਈਮ ਪਾਸ ਕਰਨ ਲਈ ਵੀ ਨਹੀਂ ਕੋਈ ਹੁੰਦੀ ਚੀਜ਼ ਤੇ ਉਹਦੇ ਲਈ ਅਸੀਂ ਇਹ ਫੈਕਟਰੀ ਨੂੰ ਕਰਾਂਗੇ। ਨਾਲ ਹੀ ਜਿਸ ਤਰ੍ਹਾਂ ਮੈਂ ਜਿਹੜੀ ਆਂਧਰਾ 'ਚ ਦੇਖ ਕੇ ਆਇਆ ਜੇਲ੍ਹ ਨੂੰ ਉਹਦੇ 'ਚ ਇਹ ਹੈ ਕਿ ਜਿਹੜੇ
ਅੰਦਰ ਕੈਦੀ ਨੇ ਉਹਨਾਂ ਨੂੰ 1 ਲੱਖ ਤੋਂ 2 ਲੱਖ ਰੁਪਏ ਤੱਕ ਲੋਨ ਵੀ ਦਿੱਤਾ ਜਾਂਦਾ ਕਿ ਉਹਨਾਂ ਦੀ ਜਿਹੜੇ ਫੈਮਲੀਜ਼ ਨੇ ਉਹ ਆਪਣਾ ਕੋਈ ਕਰਜ਼ਾ ਲੈ ਕੇ ਤੇ ਉਹਦੇ ਕਰ ਸਕਦੇ ਔਰ ਜਿਹੜੀ ਅੰਦਰ ਉਹ ਕੰਮ ਕਰਦੇ ਉਹਦੇ 'ਚ ਉਹਦੀ ਇੰਸਟਾਲਮੈਂਟ ਬੰਦ ਦਿੱਤੀ ਜਾਂਦੀ। ਇਸੇ ਤਰ੍ਹਾਂ ਹੀ ਉਹੀ ਚੀਜ਼ ਲੈ ਕੇ ਆਵਾਂਗੇ। ਨਾਲ ਹਰ ਜੇਲ੍ਹ ਦੇ ਵਿੱਚ ਅਸੀਂ ਪੈਟਰੋਲ ਪੰਪ ਦੀ ਜਿਹੜੀ ਪ੍ਰੋਵੀਜ਼ਨ ਕੀਤੀ ਹੈ, ਜਿੱਥੇ ਫਿਜ਼ੀਬਿਲਿਟੀ ਹੈਗੀ ਹੈ ਕਿ ਉਹਨਾਂ ਦਾ ਪੈਟਰੋਲ ਪੰਪ ਜਿਵੇਂ ਅੰਮ੍ਰਿਤਸਰ, ਗੁਰਦਾਸਪੁਰ ਔਰ ਪਟਿਆਲਾ ਜ਼ਿਲ੍ਹਾ ਕੋਈ 10 ਉਹਨਾਂ ਨੇ 8-9 ਜੇਲ੍ਹ ਜਿਹੜੀਆਂ ਨੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਿੱਥੇ ਪੈਟਰੋਲ ਪੰਪ ਲਾ ਸਕਦੇ। ਅਸੀਂ ਜੇਲ੍ਹਾਂ ਨੂੰ ਗੌਰਮੈਂਟ ਕੋਲ ਪੈਸੇ ਲੈਣ ਦੀ ਬਜਾਏ ਸੈਲਫ ਸਫੀਸ਼ੀਐਂਟ ਕਰਨਾ ਚਾਹੁੰਦੇ ਹਾਂ ਕਿ ਉੱਥੋਂ ਲੈਣ ਦੀ ਬਜਾਏ ਅਸੀਂ ਆਪਣਾ ਹੀ ਰੋਜ਼ਗਾਰ ਚਲਾ ਕੇ ਇਹਨਾਂ ਜੇਲ੍ਹਾਂ ਦਾ ਸੁਧਾਰ ਕਰ ਸਕੀਏ ਔਰ ਇਹਨਾਂ ਨੂੰ ਵੈਲਫੇਅਰ ਜਿਹੜੀ ਹੈ ਪ੍ਰਿਜ਼ਨਰਸ ਦੀ ਉਹਨਾਂ ਦੀ ਕਰ ਸਕੀਏ। ਸਰ ਜੇਲ੍ਹਾਂ ਨੂੰ ਸੁਧਾਰ ਕਰ ਪਿਆ ਜਾਂਦਾ ਪਰ ਨਸ਼ੇ ਦਾ ਨੈਟਵਰਕ ਹਜੇ ਤੱਕ ਨਹੀਂ ਪਟਿਆ। ਇਹੀ ਚੀਜ਼ ਦੇਖਣਾ ਹੈ। ਇੱਥੇ ਵੀ ਜਿਹੜੀਆਂ ਕਮੀਆਂ ਰਹਿ ਗਈਆਂ ਨੇ ਅਤੇ ਉਹ ਕਮੀਆਂ ਜਿਵੇਂ ਆਊਟਰ ਜਿਹੜੀ ਵਾਲ ਆ ਉੱਥੋਂ ਜਿਹੜੀ ਥਰੋਇੰਗ ਆ, ਇਹ ਜਦੋਂ ਹੌਲੀ ਹੌਲੀ ਜਦੋਂ ਹਰ ਜੇਲ੍ਹ 'ਚ ਜਾਂ ਬਾਹਰਲੀਆਂ ਸਟੇਟਾਂ ਦੀ ਜੇਲ੍ਹਾਂ ਨੂੰ ਜਦੋਂ ਦੇਖਦੇ ਹਾਂ ਸਾਨੂੰ ਇਹਦੇ 'ਚ ਬਹੁਤ ਜ਼ਿਆਦਾ ਕਮੀਆਂ ਲੱਗੀਆਂ ਔਰ ਉਹ ਜਿਹੜੀਆਂ ਸੀਗੀਆਂ ਜਿਵੇਂ ਬੈਰਕਾਂ ਜਿਹੜੀਆਂ ਸੀ ਅੰਦਰ ਬਣਨੀਆਂ ਚਾਹੀਦੀਆਂ, ਬੈਰਕਾਂ ਬਿਲਕੁਲ ਬਾਹਰ ਬਣਾਈਆਂ ਗਈਆਂ। ਆਊਟਰ ਜਿਹੜਾ ਇਹਨਾਂ ਨੂੰ ਛੱਡਣਾ ਚਾਹੀਦਾ ਸੀ ਉਹ 10 ਤੋਂ 25 ਫੁੱਟ ਤੱਕ ਛੱਡਿਆ। ਜੇ ਐਕਚੁਅਲੀ ਸਿਕਿਉਰਿਟੀ ਨਾਲ ਦੇਖਿਆ ਜਾਏ ਤਾਂ ਉਹ ਕਮ ਸੇ ਕਮ ਤੁਹਾਨੂੰ 100 ਫੁੱਟ ਜਿਹੜੀ ਆ ਜੇਲ੍ਹ ਦੇ ਆਲਾ ਦੁਆਲਾ ਵੀ ਛੱਡਣਾ ਚਾਹੀਦਾ ਜਿਹੜਾ ਆਊਟਰ ਹੁੰਦਾ। ਅਤੇ ਜਿਹੜੀ ਥਰੋਇੰਗ ਹੈ ਜਿਹੜਾ ਫੈਂਕਾ ਜਿਹਨੂੰ ਕਹਿ ਦਿੰਦੇ ਆ ਉਹ ਬਹੁਤ ਰੋਕਣਾ ਜ਼ਰੂਰੀ ਆ। ਇਹ ਚੀਜ਼ਾਂ ਜਿਹੜੀਆਂ ਨੇ ਜਦੋਂ ਕਿਸੇ ਚੀਜ਼ ਨੂੰ ਠੀਕ ਕਰਨ ਵਾਲੇ ਪਾਸੇ ਲੈ ਕੇ ਜਾਈਏ ਜਿਵੇਂ ਬਾਹਰਲੀਆਂ ਸਟੇਟਾਂ 'ਚ ਮੈਂ ਦੇਖਿਆ ਇਹਨਾਂ ਨੂੰ ਜਿਸ ਤਰੀਕੇ ਨਾਲ ਚੱਲਿਆ ਇਹਦੇ 'ਚ ਸੁਧਾਰ ਕਰਾਂਗੇ। ਸਰ ਕੋਈ ਇੱਥੇ 3 ਮਹੀਨੇ ਤੋਂ ਕਹਿੰਦੇ ਲੇਬਰ ਤੋਂ ਪੈਸੇ ਨਹੀਂ ਮਿਲੇ ਹੈਗੇ ਜੀ। ਇਹ ਕੰਟਰੈਕਟਰ ਦਾ ਇਹ ਮੇਰਾ ਕੰਮ ਨਹੀਂ, ਇਹ ਗਵਰਨਮੈਂਟ ਨੇ ਇਹਨਾਂ ਨੇ ਕੰਟਰੈਕਟਰ ਨੇ ਦੇਣਾ, ਗਵਰਨਮੈਂਟ ਨੇ ਨਹੀਂ ਦੇਣਾ। ਜਿਹਨੂੰ ਠੇਕਾ ਦਿੱਤਾ ਉਹਦਾ ਕੰਮ।